This meeting is being recorded. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰਨ ਵਾਲੇ ਵੀਰਾਂ ਭੈਣਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸ਼ਲੋਕ 12 ਤੇ ਵਧੀਕ ਦੀ ਜੋ ਲੜੀਵਾਰ ਵਿਚਾਰ ਚੱਲ ਰਹੀ ਹੈ, ਉਸ ਦੇ ਵਿੱਚ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਉਚਾਰਨ ਕੀਤੇ ਹੋਏ ਸ਼ਲੋਕਾਂ ਦੇ ਵਿੱਚ ਅਸੀਂ ਪਿਛਲੇ ਹਫ਼ਤੇ 19 ਨੰਬਰ ਸ਼ਲੋਕ ਤੱਕ ਵਿਚਾਰ ਕੀਤੀ ਸੀ। ਅੱਜ 20 ਨੰਬਰ ਤੋਂ ਅੱਗੇ ਲੜੀ ਨੂੰ ਜੋੜਦੇ ਹਾਂ। ਪਹਿਲਾਂ ਸ਼ਲੋਕ ਨੰਬਰ ਜਿਹੜਾ 20 ਹੈ ਉਸ ਦਾ ਪਾਠ ਕਰ ਲੈਂਦੇ ਹਾਂ। ਗੁਰਮੁਖ ਪ੍ਰਤੀਤ ਭਈ ਮਨ ਮਾਨਿਆ, ਅਨ ਦਿਨ ਸੇਵਾ ਕਰਤ ਸਮਾਏ, ਅੰਤਰ ਸਤਗੁਰ ਗੁਰੂ ਸਭ ਪੂਜੇ, ਸਤਗੁਰ ਕਾ ਦਰਸ ਦੇਖੈ ਸਭ ਆਏ, ਮੰਨੀਐ ਸਤਗੁਰ ਪਰਮ ਵਿਚਾਰੀ, ਜਿਤ ਮਿਲਿਆ ਤਿਸਨਾ ਭੁਖ ਸਭ ਜਾਏ, ਹੋਂ ਸਦਾ ਸਦਾ ਬਲਿਹਾਰੀ ਗੁਰ ਆਪਣੇ, ਜੋ ਪ੍ਰਭ ਸੱਚਾ ਦੇ ਮਿਲਾਏ, ਨਾਨਕ ਕਰਮ ਪਾਇਆ ਤਿਨ ਸੱਚਾ, ਜੋ ਗੁਰ ਚਰਨੀ ਲੱਗੇ ਆਏ। ਗੁਰਮੁਖ ਇਹਨਾਂ ਸ਼ਲੋਕਾਂ ਵਿੱਚ ਬੜੀ ਵਾਰੀ ਪਿਛਲੇ ਜਿਹੜੇ ਆਏ ਨੇ ਉਹਨਾਂ ਵਿੱਚ ਵੀ ਇਸਤੇਮਾਲ ਹੋ ਚੁੱਕਾ ਹੈ। ਔਰ ਗੁਰਮੁਖ ਦਾ ਅਰਥ ਹੈ ਗੁਰੂ ਦੇ ਸਨਮੁਖ ਰਹਿਣ ਵਾਲਾ, ਭਾਵ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਗਿਆ ਹੈ, ਜਿਹੜਾ ਗੁਰੂ ਦੇ ਹੁਕਮ ਨੂੰ ਸੁਣਦਾ ਹੈ, ਸਮਝਦਾ ਹੈ ਤੇ ਪ੍ਰਵਾਨ ਕਰਦਾ ਹੈ। ਸੋ ਸਨਮੁਖ ਹੋਣ ਦਾ ਭਾਵ ਵੀ ਇਹੀ ਹੈ, ਜਿਹੜਾ ਗੁਰੂ ਦੇ ਹੁਕਮ ਨੂੰ ਪ੍ਰਵਾਨ ਕਰਕੇ ਅਪਣਾ ਲੈਂਦਾ ਹੈ। ਦੁਨੀਆ ਦੇ ਵਿੱਚ ਵੀ ਆਮ ਤੌਰ ਦੇ ਉੱਤੇ ਜਦੋਂ ਅਸੀਂ ਕਿਸੇ ਦੂਸਰੇ ਬੰਦੇ ਨਾਲ ਡੀਲ ਕਰਦੇ ਹਾਂ ਤਾਂ ਅਸੀਂ ਇੱਕ ਦੂਜੇ ਦੇ ਨਾਲ ਇੱਕ ਦੂਜੇ ਨੂੰ ਕਈ ਗੱਲਾਂ ਆਖਦੇ ਹਾਂ, ਕੁਝ ਆਪਣੇ ਵਿੱਚ ਸੁਝਾਅ ਦਿੰਦੇ ਹਾਂ ਕਿ ਜੇ ਮੂੰਹ ਜ਼ਬਾਨੀ ਅਸੀਂ ਦੂਜੇ ਬੰਦੇ ਦੀ ਗੱਲ ਨੂੰ ਮੰਨ ਲਈਏ ਤੇ ਹਾਂਜੀ ਹਾਂਜੀ ਕਰ ਦਈਏ, ਜਿਵੇਂ ਕਿ ਆਮ ਦੁਨੀਆਦਾਰੀ 'ਚ ਹੁੰਦਾ ਹੀ ਹੈ ਕਿ ਬਈ ਮੂੰਹ ਜ਼ਬਾਨੀ ਸਾਹਮਣੇ ਅਸੀਂ ਕਹਿ ਦਿੰਦੇ ਹਾਂ ਹਾਂਜੀ, ਤੇ ਫਿਰ ਸੋਚਦੇ ਹਾਂ ਚਲੋ ਅੱਗੋਂ ਅਸੀਂ ਕਰਨੀ ਤੇ ਹੈ ਨਹੀਂ ਹੈ, ਕੀ ਫਰਕ ਪੈਂਦਾ ਹੈ। ਤੇ ਦੁਨੀਆਦਾਰੀ 'ਚ ਲੋਕੀ ਇਸ ਚੀਜ਼ ਨੂੰ, ਇਸ ਬਿਹੇਵੀਅਰ ਨੂੰ ਐਕਸੈਪਟ ਕਰ ਵੀ ਲੈਂਦੇ ਹਨ, ਕਿਉਂਕਿ ਉਹ ਆਪ ਵੀ ਉਹੀ ਕੁਝ ਕਰਦੇ ਹਨ। ਉਹ ਉੱਥੇ ਜ਼ਬਾਨ ਦੀ ਕੀਮਤ ਨੂੰ ਕੋਈ ਸਮਝਿਆ ਨਹੀਂ ਜਾਂਦਾ ਕਿ ਬਈ ਮੂੰਹੋਂ ਹਾਂ ਆਖੀ ਦਾ ਮਤਲਬ ਹਾਂ ਹੀ ਹੋਣਾ ਚਾਹੀਦਾ ਹੈ। ਪਰ ਗੁਰੂ ਦੇ ਨਾਲ ਕੀਤੇ ਹੋਏ ਬਚਨ, ਗੁਰੂ ਦੇ ਨਾਲ ਕੀਤਾ ਹੋਇਆ ਵਚਨ, ਉਸਨੂੰ ਲਾਈਟਲੀ ਨਹੀਂ ਲਿਆ ਜਾ ਸਕਦਾ ਤੇ ਨਹੀਂ ਲਿਆ ਜਾਣਾ ਚਾਹੀਦਾ ਵੀ। ਸੋ ਗੁਰੂ ਦੇ ਸਨਮੁਖ ਹੋਣਾ, ਅਸੀਂ ਗੁਰੂ ਨੂੰ ਮੂੰਹ ਦਿਖਾਉਣ ਦੇ ਲਾਇਕ ਤਾਂ ਹੀ ਹਾਂ ਅਗਰ ਜੇ ਗੁਰੂ ਦੇ ਨਾਲ ਕੀਤੇ ਹੋਏ ਬਚਨ ਨੂੰ ਅਸੀਂ ਪਾਲਦੇ ਹਾਂ, ਉਸ ਦੇ ਅਨੁਸਾਰ ਐਕਸ਼ਨ ਵੀ ਕਰਦੇ ਹਾਂ। ਨਿਰਾ ਗੁਰੂ ਦੀ ਗੱਲ ਨੂੰ ਸੁਣ ਕੇ ਤੇ ਸਿਰਫ ਮੂੰਹੋਂ ਬੋਲ ਦੇਣਾ ਕਿ ਹਾਂਜੀ ਮੈਂ ਇਸ ਨੂੰ ਪ੍ਰਵਾਨ ਕਰਦਾ ਹਾਂ, ਤੇ ਫਿਰ ਉਹਦੇ ਉੱਤੇ ਐਕਸ਼ਨ ਨਾ ਕਰਨਾ, ਇਹ ਗੱਲ ਗੁਰਮਤਿ ਦੇ ਵਿੱਚ ਪ੍ਰਵਾਨ ਨਹੀਂ ਹੈ। ਐਸਾ ਇਨਸਾਨ ਗੁਰਮੁਖ ਨਹੀਂ ਅਖਵਾ ਸਕਦਾ। ਜਿਹੜਾ ਗੁਰੂ ਦੀ ਗੱਲ ਨੂੰ ਨਾ ਮੰਨ ਕੇ ਆਪਣੇ ਮਨ ਦੀ ਮਰਜ਼ੀ ਕਰਦਾ ਹੈ, ਉਹਦੇ ਵਾਸਤੇ ਗੁਰਬਾਣੀ ਨੇ ਲਫ਼ਜ਼ ਮਨਮੁਖ ਵਰਤਿਆ ਹੈ। ਉਹ ਇਹਨਾਂ ਸ਼ਲੋਕਾਂ ਦੇ ਵਿੱਚ ਬਾਣੀ ਦੇ ਅੰਦਰ ਜਿੱਥੇ ਕਿਧਰੇ ਵੀ ਗੁਰਮੁਖ ਲਫ਼ਜ਼ ਆਉਂਦਾ ਹੈ, ਉਹਦੇ ਅਰਥ ਅਸੀਂ ਕਰਦੇ ਹਾਂ ਗੁਰੂ ਦੇ ਸਨਮੁਖ ਹੋਣ ਵਾਲਾ, ਗੁਰੂ ਦੇ ਸਨਮੁਖ ਰਹਿਣ ਵਾਲਾ। ਤੇ ਗੁਰੂ ਦੇ ਸਨਮੁਖ ਰਹਿਣ ਦਾ ਉਹੀ ਇਨਸਾਨ ਹੈ ਜਿਹੜਾ ਗੁਰੂ ਦੇ ਹੁਕਮ ਨੂੰ ਮੰਨ ਕੇ ਅਪਣਾ ਲੈਂਦਾ ਹੈ। ਗੁਰਮੁਖ ਪ੍ਰਤੀਤ ਭਈ, ਪ੍ਰਤੀਤ ਦਾ ਅਰਥ ਹੁੰਦਾ ਹੈ, ਆਖਰੀ ਅਰਥ ਹੈ ਉਹ ਹੈ ਸ਼ਰਧਾ, ਭਾਵ ਜਿਹੜਾ ਦਿਲੋਂ ਕਿਸੇ ਚੀਜ਼ ਨੂੰ ਸਵੀਕਾਰ ਕਰਦਾ ਹੈ। ਅਸੀਂ ਕਹਿੰਦੇ ਹਾਂ ਜੀ ਕਿ ਸਾਡੀ ਫਲਾਣੇ ਬਾਬੇ ਦੇ ਉੱਤੇ ਬੜੀ ਸ਼ਰਧਾ ਹੈ। ਉਹ ਬਾਬੇ ਤੇ ਸ਼ਰਧਾ ਕਿਉਂ ਹੈ? ਕਿਉਂਕਿ ਅਸੀਂ ਬਾਬੇ ਨੂੰ ਸਮਝਦੇ ਹਾਂ ਕਿ ਵੀ ਉਹਦੇ ਕੋਲ ਕੋਈ ਖਾਸ ਗੁਣ ਹਨ, ਉਹਦੇ ਕੋਲ ਕੋਈ ਖਾਸ ਕੁਆਲਿਟੀਜ਼ ਹਨ। ਉਹ ਜਿਹੜੇ ਲੋਕ ਬਾਬਿਆਂ ਦੇ ਉੱਤੇ ਸ਼ਰਧਾ ਰੱਖਦੇ ਹਨ, ਉਹਨਾਂ ਨੂੰ ਉਮੀਦ ਹੁੰਦੀ ਹੈ ਕਿ ਵੀ ਬਾਬਾ ਜੀ ਕੁਝ ਬੋਲਣਗੇ ਤੇ ਸਾਡੇ ਨਾਲ ਕੁਝ ਭਲਾ ਹੋ ਜਾਏਗਾ, ਸਾਡਾ ਕੁਝ ਸੰਵਰ ਜਾਏਗਾ। ਉਹ ਕਹਿੰਦੇ ਹਨ ਵੀ ਸਾਡੀ ਉਹਨਾਂ ਤੇ ਪ੍ਰਤੀਤ ਹੈ, ਸਾਡੀ ਉਹਨਾਂ ਤੇ ਸ਼ਰਧਾ ਹੈ।
ਪਰ ਉਹ ਸ਼ਰਧਾ, ਉਹ ਪ੍ਰਤੀਤ ਟੁੱਟ ਜਾਂਦੀ ਹੈ ਜਦੋਂ ਬਾਬੇ ਦੀ ਆਖੀ ਹੋਈ ਗੱਲ ਪੂਰੀ ਨਹੀਂ ਹੁੰਦੀ। ਪਰ ਸੱਚੇ ਗੁਰੂ ਦੇ ਉੱਪਰ ਰੱਖੀ ਹੋਈ ਪ੍ਰਤੀਤ ਜਿਹੜੀ ਹੈ ਉਹ ਕਦੀ ਨਹੀਂ ਟੁੱਟਦੀ, ਉਹ ਸ਼ਰਧਾ ਵਿੱਚ ਕਦੀ ਬ੍ਰੇਕ ਨਹੀਂ ਆਉਂਦੀ, ਕਿਉਂਕਿ ਸੱਚੇ ਗੁਰੂ ਨੇ ਕਦੀ ਵੀ ਐਸੀ ਗੱਲ ਨਹੀਂ ਆਖਣੀ, ਨਹੀਂ ਕਹਿਣੀ ਜਿਹੜੀ ਸੱਚ ਦੇ ਉੱਤੇ ਆਧਾਰਿਤ ਨਹੀਂ ਹੈ। ਦੁਨੀਆਦਾਰ ਬਾਬੇ ਦੁਨੀਆਦਾਰੀ ਵਾਲੀ ਗੱਲਾਂ ਹੀ ਕਰਦੇ ਹਨ। ਸੱਚੇ ਗੁਰੂ ਨੇ ਕੇਵਲ ਸੱਚ ਦੀ ਗੱਲ, ਸੱਚ ਤੋਂ ਭਾਵ ਹੀ ਕੀ ਹੈ, ਜੋ ਸਦਾ ਕਾਇਮ ਰਹਿਣ ਵਾਲੀ ਹੈ। ਸੱਚ ਲਫ਼ਜ਼ ਪ੍ਰਭੂ ਵਾਸਤੇ ਗੁਰਬਾਣੀ ਵਿੱਚ ਅਨੇਕਾਂ ਵਾਰੀ ਵਰਤਿਆ ਗਿਆ ਹੈ। ਸੱਚ ਹੀ ਐਸੀ ਚੀਜ਼ ਹੈ ਜੋ ਕਦੀ ਤਬਦੀਲ ਨਹੀਂ ਹੁੰਦੀ, ਕਦੀ ਬਦਲਦੀ ਨਹੀਂ ਹੈ, ਜੋ ਸਦਾ ਕਾਇਮ ਕਿਹੜੀ ਚੀਜ਼ ਰਹਿ ਸਕਦੀ ਹੈ ਜਿਹਦੇ 'ਚ ਕੋਈ ਚੇਂਜ ਨਾ ਆਵੇ। ਜਿਹੜੀ ਚੀਜ਼ ਵਕਤ ਦੇ ਨਾਲ ਬਦਲ ਜਾਏ ਤਾਂ ਉਹਨੂੰ ਸੱਚ ਨਹੀਂ ਕਿਹਾ ਜਾ ਸਕਦਾ। ਸੋ ਗੁਰਮੁਖ ਪ੍ਰਤੀਤ ਭਈ ਮਨ ਮਾਨਿਆ, ਮਨ ਮੰਨ ਗਿਆ। ਮਨ ਮੰਨਦਾ ਹੀ ਤਾਂ ਹੈ ਜਦੋਂ ਅਸੀਂ ਕਿਸੇ ਚੀਜ਼ ਨੂੰ ਪਰਤਾ ਕੇ ਚੈੱਕ ਕਰਕੇ ਵੇਖ ਲੈਂਦੇ ਹਾਂ, ਹਾਂ ਵੀ ਇਹ ਠੀਕ ਹੈ, ਪਰਖ ਹੋ ਜਾਂਦੀ ਹੈ, ਸਾਨੂੰ ਭਰੋਸਾ ਹੋ ਜਾਂਦਾ ਹੈ, ਫਿਰ ਅਸੀਂ ਕਹਿੰਦੇ ਹਾਂ ਵੀ ਸਾਡਾ ਮਨ ਮੰਨ ਗਿਆ ਹੈ। ਉਹ ਗੁਰੂ ਦੇ ਸਨਮੁਖ ਰਹਿਣ ਵਾਲਾ ਜੋ ਮਨੁੱਖ ਹੈ, ਉਹਦੇ ਅੰਦਰ ਗੁਰੂ ਦੇ ਵਾਸਤੇ ਸ਼ਰਧਾ ਬਣੀ ਰਹਿੰਦੀ ਹੈ। ਉਹਦਾ ਮਨ ਗੁਰੂ ਦੇ ਵਿੱਚ ਭਤੀਜਿਆ ਰਹਿੰਦਾ ਹੈ, ਉਹਦਾ ਮਨ ਮੰਨਿਆ ਰਹਿੰਦਾ ਹੈ ਕਿ ਗੁਰੂ ਸੱਚਾ ਹੈ, ਇਹ ਜੋ ਆਖਦਾ ਹੈ ਉਹੀ ਇਹਦਾ ਜੀਵਨ ਦਾ ਵੀ ਆਪਣਾ ਵੀ ਅਸੂਲ ਹੁੰਦਾ ਹੈ, ਔਰ ਇਹਦੀ ਆਖੀ ਹੋਈ ਗੱਲ ਹਾਲਾਤ ਦੇ ਮੁਤਾਬਕ, ਵਕਤ ਦੇ ਮੁਤਾਬਕ ਬਦਲਦੀ ਨਹੀਂ ਹੈ। तो ऐसे सच्चे गुरु दे सन्मुख रहन वाला इंसान अन दिन सेवा करत समाए, वो हर समय सेवा करदियां होइयां गुरु दी सिੱਖਿਆ ਦੇ ਵਿੱਚ, ਗੁਰੂ ਦੇ ਉਪਦੇਸ਼ ਦੇ ਵਿੱਚ, ਗੁਰੂ ਦੇ ਬਚਨਾਂ ਦੇ ਵਿੱਚ ਲੀਨ ਰਹਿੰਦਾ ਹੈ। ਲੀਨ ਰਹਿਣ ਤੋਂ ਭਾਵ ਕੀ ਹੈ ਕਿ ਹਮੇਸ਼ਾ ਉਹਦੇ ਨਾਲ ਇਨ ਟੱਚ ਰਹਿੰਦਾ ਹੈ, ਉਹਦੀ ਸੁਰਤ ਵਿੱਚ, ਉਹਦੀ ਯਾਦ ਦੇ ਵਿੱਚ ਗੁਰੂ ਦਾ ਉਪਦੇਸ਼, ਗੁਰੂ ਦੀ ਸਿੱਖਿਆ ਹਮੇਸ਼ਾ ਉਹਦੇ ਚੇਤੇ ਵਿੱਚ ਰਹਿੰਦੀ ਹੈ। ਆਮ ਤੌਰ ਤੇ ਦੁਨੀਆ ਵਿੱਚ ਅਸੀਂ ਕਈ ਵਾਰੀ ਲੋਕਾਂ ਨੂੰ ਭਰਮਾਉਣ ਵਾਸਤੇ ਜਾਂ ਕਿਸੇ ਔਖੀ ਸਿਚੁਏਸ਼ਨ ਵਿੱਚੋਂ ਨਿਕਲਣ ਵਾਸਤੇ ਜਦੋਂ ਅਸੀਂ ਕੋਈ ਗੱਲ ਪ੍ਰੋਮਿਸ ਕਰਕੇ ਵੀ ਪੂਰੀ ਨਹੀਂ ਕੀਤੀ ਹੁੰਦੀ ਤੇ ਅਸੀਂ ਦੂਜੇ ਬੰਦੇ ਨੂੰ ਕਹਿ ਦਿੰਦੇ ਉਹ ਸੌਰੀ ਮੈਂ ਤਾਂ ਭੁੱਲ ਗਿਆ ਸੀ, ਇਹ ਗੱਲ ਮੇਰੇ ਚੇਤੇ ਚੋਂ ਨਿਕਲ ਗਈ ਸੀ। ਭਾਵੇਂ ਕਿ ਸਾਨੂੰ ਪਤਾ ਹੁੰਦਾ ਹੈ ਕਿ ਸਾਨੂੰ ਚੰਗੀ ਭਲੀ ਯਾਦ ਸੀਗੀ, ਅਸੀਂ ਕਿਸੇ ਹੋਰ ਕਾਰਨ ਕਰਕੇ ਇਹ ਕੰਮ ਨਹੀਂ ਕੀਤਾ, ਚਾਹੇ ਆਲਸ ਕਰਕੇ ਜਾਂ ਕਿਸੇ ਹੋਰ ਵਜ੍ਹਾ ਕਰਕੇ, ਪਰ ਸਾਹਮਣੇ ਵਾਲੇ ਨੂੰ ਅਸੀਂ ਇਹ ਸੱਚਾਈ ਜ਼ਾਹਰ ਨਹੀਂ ਕਰਨਾ ਚਾਹੁੰਦੇ ਕਿ ਅਸੀਂ ਸੌਖਾ ਤਰੀਕਾ ਲੱਭਦੇ ਹਾਂ, ਕਹਿ ਦਿੰਦੇ ਉਹ ਮੈਂ ਤਾਂ ਭੁੱਲ ਗਿਆ, ਮੇਰੇ ਚੇਤੇ ਚੋਂ ਗੱਲ ਨਿਕਲ ਗਈ। ਪਰ ਗੁਰੂ ਦਾ ਉਪਦੇਸ਼ ਜਿਹਦੇ ਚੇਤੇ ਵਿੱਚੋਂ ਨਿਕਲ ਜਾਏ ਉਹ ਗੁਰਮੁਖ ਨਹੀਂ ਹੈ। ਸੋ ਗੁਰੂ ਦੇ ਸਿੱਖਿਆ ਨੂੰ ਜਿਹਦੇ ਵਿੱਚ ਜਿਹੜਾ ਹਰ ਵਕਤ ਜਿਹੜਾ ਜਿਹਦੇ ਚੇਤੇ ਵਿੱਚ ਰਵੇ, ਜਿਹਦੀ ਯਾਦ ਵਿੱਚ ਗੁਰੂ ਦੀ ਸਿੱਖਿਆ ਰਵੇ, ਉਹੀ ਗੁਰਮੁਖ ਹੈ, ਉਹ ਗੁਰੂ ਦੇ ਸਨਮੁਖ ਰਹਿਣ ਵਾਲਾ ਹੈ। तो ऐसे बंदे दे वास्ते गुरु साहब फरमा रहे हैं कि गुरमुख प्रतीत भई मन मानिया अन दिन तो भाव है हर समय, दिन रात सेवा करत समाए। सेवा करत तो भी भाव है गुरु दे हुक्म दी कार करनी। गुरु दी सेवा ये नहीं है भी गुरुद्वारे जाके कोई असी दाल आटा या कोई होर चीज कोई या चढ़ावा चढ़ा दिता, कोई गोलक च पैसे पाते तो भी गुरु की सेवा हो गई। गुरु की सेवा गुरु के हुक्म की कमाई है। जो गुरु का उपदेश है उसनों जीवन च अपनाना ही गुरु की सेवा है। तो गुरु के सन्मुख रहन वाले मनुख के अंदर गुरु के वास्ते शरधा बनी रही है, उसका मन मन्निया हुंदा है, गुरु के विच भतीजिया हुंदा है, वो हर समय सेवा करदियां होइयां ही गुरु के उपदेश के नाल समाया रहिंदा है, उहदे विच ही लीन रहिंदा है, मस्त रहिंदा है। मस्त कौन हुंदा है बंदा जिन्हों होर किसी चीज़ की फिक्र या परवाह नहीं हुंदी। आम बोलचाल च भी असीं कहंदे हां कि वो बंदा तां मस्त है। मस्त मतलब की है कि इक्को ही पासे उहदा ध्यान है, बाकी चीज़ां नूं इग्नोर ही कर रहा है। हुण दुनिया च असीं ਕੰਮ-ਕਾਰ ਕਰਦਿਆਂ ਹੋਇਆਂ ਜਾਂ ਜਿਵੇਂ ਕੋਈ ਸਟੂਡੈਂਟ ਅਗਰ ਇਹ ਪੜ੍ਹਾਈ ਕਰ ਰਿਹਾ ਹੈ, ਉਹਨੂੰ ਬਾਹਰੋਂ ਕਿਤੇ ਲਾਊਡ ਸਪੀਕਰ ਲੱਗਾ ਹੋਵੇ, ਉੱਚੀ-ਉੱਚੀ ਕੋਈ ਆਵਾਜ਼ਾਂ ਆ ਰਹੀਆਂ ਹੋਣ ਤੇ ਉਹਦਾ ਧਿਆਨ ਉੱਖੜ ਜਾਂਦਾ ਹੈ, ਉਹ ਡਿਸਟਰਬ ਹੁੰਦਾ ਹੈ।
ਉਹ ਕਈਆਂ ਨੂੰ ਫਿਰ ਰਿਕੁਐਸਟ ਕਰਦਾ ਹੈ ਕਿ ਬਈ ਇਹ ਕੋਈ ਤਰੀਕਾ ਲੱਭੋ ਕਿ ਲਾਊਡ ਸਪੀਕਰ ਦੀ ਆਵਾਜ਼ ਬੰਦ ਕਰਾਓ, ਜਾਂ ਘਰ ਵਿੱਚ ਵੀ ਅਗਰ ਕੋਈ ਬੱਚੇ ਸ਼ੋਰ ਪਾ ਰਹੇ ਹੋਣ ਜਾਂ ਕੋਈ ਬੰਦੇ ਆਪਸ 'ਚ ਗੱਲਾਂ ਕਰ ਰਹੇ ਹੋਣ ਤੇ ਉਹ ਕੰਪਲੇਂਟ ਕਰਦਾ ਹੈ ਕਿ ਬਈ ਇੰਨਾ ਸ਼ੋਰ ਨਾ ਪਾਓ, ਮੇਰਾ ਧਿਆਨ ਪੜ੍ਹਾਈ 'ਚ ਨਹੀਂ ਲੱਗ ਰਿਹਾ। ਪਰ ਜਿਹਦਾ ਧਿਆਨ ਇਤਨਾ ਡੂੰਘਾ ਲੱਗਿਆ ਹੋਵੇ ਕਿ ਉਹਦੇ ਆਲੇ ਦੁਆਲੇ ਕੁਝ ਵੀ ਹੋ ਰਿਹਾ ਹੋਵੇ, ਕੋਈ ਲੋਕੀ ਲੜ ਝਗੜ ਰਹੇ ਹੋਣ, ਗੱਲਾਂ ਕਰ ਰਹੇ ਹੋਣ ਜਾਂ ਕੁਝ ਵੀ ਕਰ ਰਹੇ ਹੋਣ, ਉਹ ਆਪਣੇ ਧਿਆਨ ਵਿੱਚ ਹੀ ਮਗਨ ਰਵੇ ਤਾਂ ਉਹ ਕਹਿੰਦੇ ਹਨ ਵੀ ਇਹ ਤਾਂ ਮਸਤ ਹੈ। ਇੱਕ ਕਹਾਣੀ ਬੜੀ ਇਸ ਮਸਤ ਰਹਿਣ ਦੇ ਬਾਰੇ ਵਿੱਚ ਕਈ ਵਿਚਾਰਵਾਨ ਪ੍ਰਚਾਰਕ ਸੁਣਾਉਂਦੇ ਵੀ ਹਨ। ਕਹਿੰਦੇ ਹਨ ਕਿ ਬਈ ਲੈਲਾ ਇੱਕ ਵਾਰੀ ਮਜਨੂ ਨੂੰ ਮਿਲਣ ਜਾ ਰਹੀ ਸੀ ਤੇ ਜਿਸ ਰਾਹ ਤੋਂ ਉਹ ਲੰਘੀ ਉੱਥੇ ਰਸਤੇ ਵਿੱਚ ਕਿਸੇ ਜਗ੍ਹਾ ਤੇ ਉੱਤੇ ਕੁਝ ਲੋਕ ਨਮਾਜ਼ ਪੜ੍ਹ ਰਹੇ ਸਨ ਤੇ ਲੈਲਾ ਆਪਣੇ ਧਿਆਨ ਦੇ ਵਿੱਚ ਹੀ ਮਗਨ, ਸਿਰਫ ਮਜਨੂ ਦੇ ਧਿਆਨ ਵਿੱਚ ਮਸਤ ਸੀ ਤੇ ਉਹ ਨਮਾਜ਼ ਪੜ੍ਹਨ ਵਾਲਿਆਂ ਦੇ ਅੱਗੋਂ ਦੀ ਲੰਘ ਗਈ। ਹੁਣ ਇਸਲਾਮ ਦੇ ਅੰਦਰ ਇਸ ਗੱਲ ਨੂੰ ਬਹੁਤ ਹੀ ਵੱਡੀ ਜਿਹੜੀ ਹੈ ਖਤਾ, ਵੱਡੀ ਗਲਤੀ ਮੰਨਿਆ ਜਾਂਦਾ ਹੈ ਕਿ ਕੋਈ ਇਨਸਾਨ ਨਮਾਜ਼ ਪੜ੍ਹਨ ਵਾਲੇ ਦੇ ਸਾਹਮਣੇ ਉਹਦੀ ਅੱਗੋਂ ਦੀ ਲੰਘ ਜਾਵੇ। ਜਿਸ ਪਾਸੇ ਉਹਦਾ ਸਿਰ ਹੈ ਉਸ ਪਾਸਿਓਂ ਉਹਦੇ ਅੱਗੋਂ ਦੀ ਲੰਘ ਜਾਣਾ ਇਸਲਾਮ ਦੇ ਵਿੱਚ ਬੜੀ ਵੱਡੀ ਗਲਤੀ ਮੰਨੀ ਜਾਂਦੀ ਹੈ। ਪਰ ਲੈਲਾ ਆਪਣੇ ਮੂੰਹ ਧਿਆਨ ਉੱਥੋਂ ਲੰਘ ਗਈ, ਚਲੀ ਗਈ। ਹੁਣ ਜਿਹੜੇ ਲੋਕਾਂ ਨੇ ਨਮਾਜ਼ ਪੜ੍ਹਨ ਵਾਲੇ ਸੀ ਉਹਨਾਂ ਨੇ ਨੋਟਿਸ ਕੀਤਾ ਕਿ ਵੀ ਇਹਨੇ ਇਹ ਗਲਤੀ ਕੀਤੀ ਹੈ, ਪਰ ਉਸ ਵੇਲੇ ਤੇ ਉਹ ਵਿੱਚੋਂ ਬੋਲਿਆ ਕੋਈ ਨਹੀਂ, ਕਿਉਂਕਿ ਨਮਾਜ਼ ਦੇ ਦੌਰਾਨ ਬੋਲਣਾ ਵੀ ਮਨਾ ਹੁੰਦਾ ਹੈ। ਸਿਵਾਏ ਜਿਹੜਾ ਬੰਦਾ ਲੀਡ ਕਰ ਰਿਹਾ ਹੈ ਉਸ ਤੋਂ ਇਲਾਵਾ ਬਾਕੀ ਸਾਰੇ ਚੁੱਪ ਰਹਿੰਦੇ ਹਨ। ਥੋੜੇ ਸਮੇਂ ਬਾਅਦ ਨਮਾਜ਼ ਖਤਮ ਹੋ ਗਈ, ਉਹ ਲੋਕ ਖੜੇ ਸਨ ਆਪਸ ਵਿੱਚ ਉੱਥੇ ਹੀ ਗੱਲਾਂ ਕਰ ਰਹੇ ਸਨ। ਇੰਨੇ ਨੂੰ ਲੈਲਾ ਉੱਥੋਂ ਦੀ ਦੁਬਾਰਾ ਵਾਪਸੀ ਤੇ ਲੰਘੀ ਤਾਂ ਉਹਨਾਂ ਲੋਕਾਂ ਨੇ ਉਹਨੂੰ ਰੋਕ ਲਿਆ ਕਿ ਤੂੰ ਕੀ ਕੀਤਾ, ਤੂੰ ਇੱਥੋਂ ਲੰਘ ਕੇ ਗਈ ਸੀ, ਤੂੰ ਨਮਾਜ਼ ਪੜ੍ਹਦਿਆਂ ਸਾਡੇ ਸਾਹਮਣੇ ਅੱਗੋਂ ਦੀ ਲੰਘ ਕੇ ਗਈ, ਇਹ ਬਹੁਤ ਵੱਡੀ ਗਲਤੀ ਹੈ ਤੇਰੀ। ਉਹ ਕਹਿੰਦੇ ਜੀ ਮੈਨੂੰ ਮਾਫ ਕਰ ਦਿਓ ਜੇ ਮੇਰੇ ਤੋਂ ਇਹ ਗਲਤੀ ਹੋ ਗਈ ਹੈ, ਪਰ ਇਹ ਵੇ ਕਿ ਮੈਨੂੰ ਤਾਂ ਧਿਆਨ ਨਹੀਂ ਹੈ ਕਿ ਮੈਂ ਤੁਹਾਡੇ ਸਾਹਮਣੇ ਲੰਘੀ ਹਾਂ। ਮੈਂ ਤਾਂ ਮਜਨੂ ਨੂੰ ਮਿਲਣ ਜਾ ਰਹੀ ਸੀ ਤੇ ਮੇਰਾ ਸਾਰਾ ਧਿਆਨ ਮਜਨੂ ਦੇ ਵੱਲ ਹੀ ਸੀਗਾ, ਮੈਂ ਉਹਦੇ ਵਿੱਚ ਧਿਆਨ ਵਿੱਚ ਹੀ ਮਸਤ ਸੀਗੀ ਤੇ ਮੈਨੂੰ ਪਤਾ ਨਹੀਂ ਲੱਗਾ ਕਿ ਮੈਂ ਤੁਹਾਡੇ ਸਾਹਮਣੇ ਲੰਘੀ ਹੋਵਾਂਗੀ। ਹੋ ਸਕਦਾ ਹੈ ਕਿ ਮੈਂ ਇਹ ਗਲਤੀ ਕੀਤੀ ਹੋਵੇ, ਮੈਂ ਮਾਫੀ ਮੰਗਦੀ ਹਾਂ। ਪਰ ਇੱਕ ਗੱਲ ਮੈਨੂੰ ਸਮਝ ਨਹੀਂ ਆਈ ਕਿ ਮੈਂ ਤਾਂ ਦੁਨਿਆਵੀ ਆਸ਼ਕ ਦੇ ਧਿਆਨ ਦੇ ਵਿੱਚ ਮਸਤ ਸੀ ਤੇ ਮੈਨੂੰ ਤੁਹਾਡਾ ਮੂੰਹ ਕਿਸ ਪਾਸੇ ਹੈ, ਤੁਸੀਂ ਨਮਾਜ਼ ਪੜ੍ਹ ਰਹੇ ਹੋ, ਕਿਸ ਪਾਸੇ ਮੇਰਾ ਧਿਆਨ ਹੀ ਨਹੀਂ ਗਿਆ, ਮੈਨੂੰ ਪਤਾ ਹੀ ਨਹੀਂ ਲੱਗਾ। ਪਰ ਤੁਸੀਂ ਤਾਂ ਉਸ ਮਾਲਕ ਦੀ, ਉਸ ਸੱਚੇ ਪ੍ਰਭੂ ਦੇ, ਖੁਦਾਵੰਦ ਦੀ ਯਾਦ ਦੇ ਵਿੱਚ ਜੁੜੇ ਹੋਏ ਸੋ, ਤੁਹਾਨੂੰ ਕਿਵੇਂ ਪਤਾ ਲੱਗ ਗਿਆ ਕਿ ਤੁਹਾਡੇ ਅੱਗੋਂ ਮੈਂ ਲੰਘ ਕੇ ਗਈ ਹਾਂ? ਇਹ ਗੱਲ ਦੀ ਮੈਨੂੰ ਸਮਝ ਨਹੀਂ ਆਈ। तो इस कहानी तो जो स्नेहा मिलता है, जो मैसेज मिलता है कि मस्त होना, मूँह जबानी या अपने आप ਨੂੰ मस्त समझ लेना, ये कोई सौखी जी खेड नहीं है। लीन होना, सुरत हमेशा प्रभु के ध्यान च जुड़ी रहनी, ये आम जी गल नहीं है। अंदरों बहुत डूंगी प्रीत होवे, लगन लगी होवे, ਤਾਂ ਹੀ ਬੰਦਾ ਮਸਤ ਹੋ ਸਕਦਾ ਹੈ। ਉਹ ਸਹੀ ਅਰਥਾਂ ਦੇ ਵਿੱਚ ਉਹ ਗੁਰਮੁਖ ਹੈ ਜਿਸ ਦੇ ਹਿਰਦੇ ਦੇ ਅੰਦਰ ਪ੍ਰਤੀਤ ਭਈ, ਜਿਹਦਾ ਮਨ ਮਾਨਿਆ, ਜਿਹਦੀ ਪੂਰਨ ਗੁਰੂ ਦੇ ਉੱਤੇ ਸ਼ਰਧਾ ਹੈ, ਜਿਹਦਾ ਮਨ ਮੰਨਿਆ ਹੋਇਆ ਹੈ ਤੇ ਉਹ ਅਨਦਿਨ ਦਿਨ ਰਾਤ ਹਰ ਸਮੇਂ ਗੁਰੂ ਦੇ ਉਪਦੇਸ਼ ਦੀ ਕਮਾਈ ਭਾਵ ਸੇਵਾ ਕਰਦਿਆਂ ਹੋਇਆਂ ਉਸ ਦੀ ਸਿੱਖਿਆ ਦੇ ਵਿੱਚ ਹੀ ਲੀਨ ਰਹਿੰਦਾ ਹੈ, ਮਸਤ ਰਹਿੰਦਾ ਹੈ। ਕੋਈ ਮਸਤ ਲਫ਼ਜ਼ ਨੂੰ ਕੋਈ ਐਵੇਂ ਕਿਵੇਂ ਜਿਹਾ ਕੋਈ ਸਧਾਰਨ ਜਿਹਾ ਲਫ਼ਜ਼ ਸਮਝ ਕੇ ਜਾਂ ਸਮਾਏ ਦੇ ਨੂੰ ਇਹ ਕਹਿ ਕੇ ਕਿ ਮਸਤ ਰਹਿੰਦਾ ਹੈ, ਇਸ ਨੂੰ ਸਧਾਰਨ ਜੀ ਗੱਲ ਨਹੀਂ ਸਮਝਣਾ ਚਾਹੀਦਾ। ਲੀਨ ਸਮਾਇਆ ਹੋਇਆ ਮਸਤ ਉਹੀ ਹੋ ਸਕਦਾ ਹੈ ਜਿਹਦੇ ਅੰਦਰ ਡੂੰਗੀ ਲਗਨ ਹੈ, ਜਿੰਦੇ ਚ ਅਨਸ਼ੇਕੇਬਲ ਫੇਥ ਹੈ, ਭਰੋਸਾ ਹੈ, ਕੌਨਫੀਡੈਂਸ ਹੈ ਉਸ ਆਪਣੇ ਪੂਰੇ ਗੁਰੂ ਦੇ ਉੱਤੇ। ਸੋ ਗੁਰਮੁਖ ਪ੍ਰਤੀਤ ਭਈ, ਮਨ ਮਾਨਿਆ, ਅਣ ਦਿਨ ਸੇਵਾ ਕਰਤ ਸਮਾਏ। ਅਗਲੀ ਪੰਕਤੀ ਚ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਅੰਤਰ ਸਤਗੁਰ ਗੁਰੂ ਸਭ ਪੂਜੇ, ਸਤਗੁਰ का दर्श देखै सब आए। कि अपने अंदर, हिरदे के अंदर
ਸਤਿਗੁਰੂ ਗੁਰੂ ਨੂੰ ਇੱਕ ਸੈਕਿੰਡ ਜਰਾ ਰੁਕਣਾ, ਥੋੜਾ ਜਿਹਾ ਕਨਫਿਊਜ਼ਨ ਹੋ ਰਿਹਾ ਮੈਨੂੰ। ਤੋ ਇਹਦੇ ਅਰਥ ਜੋ ਦਰਪਣ ਵਿੱਚ ਕੀਤੇ ਗਏ ਹਨ, ਮੈਂ ਉਹ ਆਪ ਜੀ ਦੇ ਨਾਲ ਸਾਂਝੇ ਕਰ ਰਿਹਾ ਹਾਂ। ਪਹਿਲਾਂ ਮੈਨੂੰ ਥੋੜੇ ਜਿਹਾ ਇਸ ਦੇ ਬਾਰੇ ਅਰਥਾਂ ਬਾਰੇ ਕੁਝ ਕਨਫਿਊਜ਼ਨ ਸੀਗਾ, तो मैं दर्पण के जो अर्थ हैं वो आप जी के नाल साझे कर रहा हाँ कि जिस मनुख के हिरदे विच सदा गुरु वसदा है, जिवें उपर आया है कि गुरमुख प्रतीत भई मन मानिया अन दिन सेवा करत समाए। तो जिस मनुख के हिरदे विच सदा गुरु वसदा है वो सब दा आदर सत्कार करता है। सब पूजे का अर्थ किया गया है, सब नूं पूजदा है, सब दा सत्कार करता है। सतगुर का दर्श देखै सब आए, वो सारी लुकाई दे अंदर ही गुरु का दीदार करता है। सतगुर का दर्श देखै सब आए, सबना दे विच वो सतगुर का दर्शन करता है। भाव उन्होंने सारी लुकाई दे अंदर गुरु दे ही दीदार हुंदे हन ते वो सारी लुकाई दे अंदर गुरु दी ही होंद समझ के सब दा सत्कार करता है, सब नूं पूजदा है। ओपरी नज़रे जो इस पंक्ति नूं पढ़ के जो अर्थ लगते सीगे वो इउं लगते सन कि बई अंदरों तो सारे देखते हैं गुरु नूं, सारे पूजा करते हैं, सतगुर दे दर्शन सारे करते हैं, पर असल विच जो गुरमुख है वो जो पहली पंक्ति च बयान किया गया है वो है। पर इस सेंस विच प्रोफैसर साहब सिंह ने जो है वो अर्थ नहीं किए। उन्होंने अर्थ किए हैं कि जिहड़ा इंसान पूर्ण तौर के उत्ते गुरु के उत्ते प्रतीत रखता है और जिहदा मन गुरु के नाल हमेशा जिहदी सुरत जुड़ी हुई है, वो सारी लुकाई के अंदर ही गुरु की जोत नूं देखता है, उसे दा ही दीदार करता है अते सारियां दा गुरु रूप मन के सत्कार करता है। वो सारी लुकाई दे विच ही गुरु का दर्शन करता है। मानो प्रैक्टिकल तौर के उत्ते जिवें भाई कन्हैया जी ने जदों पुछ की गई सी कि तुसीं दुश्मनां नूं भी पानी पिलांदे हो, तो ये काम तुसीं क्यों करते हो? तो उन्हों का जवाब सीगा कि मैं तो किसी दुश्मन या किसी अपने नूं पानी नहीं पिलांदा, मैं तो हर किसी के अंदर गुरु साहब तुहाडी ही जोत वेखदा हाँ, मैं तो तुहानूं ही पानी पिलांदा हाँ। तो ये उस अवस्था के वर्गे जो हैं अर्थ इस पंक्ति के किए गए हैं कि अंतर सतगुर गुरु सब पूजे, सतगुर का दर्श देखा सब आए। सब का अर्थ है सब लुकाई सारी दुनिया के अंदर सतगुरु की ही जोत नूं महसूस करता है ते उन्हां दे अंदर गुरु की जोत नूं देख के सब का सत्कार करता है। अगली पंक्ति गुरु साहब फरमाते हैं, मन्निए सतगुर परम विचारी जित मिलिया तृष्णा भुख सब जाए। सच्चे गुरु जो कि सब तो उच्ची आत्मक विचार का मालक है, उसनूं मनना चाहिए है, उस दे विच श्रद्धा रखनी चाहिए है। जिस गुरु नूं मिलन दे नाल तृष्णा अते भुख सब जीवन दे विचों निकल जांदियां हन। मनिया सतगुर परम विचारी का जो अर्थ किया गया है, परम विचार उत्तम विचार का मालक। ऐसे गुरु नूं मनिया का भाव हुंदा है मनना चाहिए है, मनना चाहिए है, मनना करना चाहिए है, उसके उत्ते श्रद्धा रखनी चाहिए है। मन मानिया वाली जो गल है वो उसे अर्थां विच लफज मनिया आया है। मनिया सतगुर नूं मनना चाहिए है, जिहड़े सतगुर नूं जिहदे परम विचार वाला जो परम विचार का मालक है, उत्तम आत्मक विचार का उच्ची आत्मक अवस्था का जो मालक है, ऐसे गुरु के उत्ते भरोसा श्रद्धा रखनी चाहिए है। जित मिलिया जिसनों मिलन दे नाल तृष्णा भुख सब जाए। इंसान के अंदरों तृष्णा ते भुख भाव लोभ लालच आदि सब खत्म हो जाते हैं, ਉਹਦੇ अंदरों ये औगन निकल जाते हैं। वो इत्थे मिलिया का जो भी भावर्थ है उसनों भी समझण की जरूरत है। सरीरक मिलनी का गल
ਦਾ ਜ਼ਿਕਰ ਇੱਥੇ ਨਹੀਂ ਹੋ ਰਿਹਾ। ਸਰੀਰਕ ਮਿਲਣੀ ਤਾਂ ਗੁਰੂ ਦੇ ਨਾਲ ਕਈਆਂ ਦੀ ਹੁੰਦੀ ਸੀ, ਪਰ ਗੁਰੂ ਨੂੰ ਸਰੀਰਕ ਤੌਰ ਤੇ ਮਿਲਣ ਵਾਲਿਆਂ ਨੇ ਗੁਰੂ ਨੂੰ ਕੁਰਾਈਆ ਵੀ ਆਖਿਆ, ਗੁਰੂ ਦੇ ਨਾਲ ਜੰਗ ਯੁੱਧ ਵੀ ਕੀਤੇ, ਬੁਰਾ ਭਲਾ ਵੀ ਆਖਿਆ। ਗੁਰੂ ਅਮਰਦਾਸ ਪਾਤਸ਼ਾਹ ਨੂੰ ਜਿਵੇਂ ਦਾਤੂ ਜੀ ਨੇ ਲੱਤ ਵੀ ਮਾਰੀ। तो ये ਸਰੀਰਕ ਮਿਲਣੀ ਜਿਹੜੀ ਹੈ ਉਹ ਮਿਲਣ ਦੀ ਗੱਲ ਨਹੀਂ ਹੋ ਰਹੀ। ਜਿਤ ਮਿਲਿਆ ਤੋਂ ਭਾਵ ਹੈ ਜਿਸਨੇ ਗੁਰੂ ਦੇ ਸੰਗਤ ਵਿੱਚ ਆ ਕੇ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕੀਤਾ, ਜਿਹਨੇ ਆਪਣਾ ਮਨ ਗੁਰੂ ਦੀ ਸੋਚ ਦੇ ਨਾਲ ਮੇਲ ਲਿਆ, ਜਿਹਨੇ ਆਪਣੀ ਸੋਚ ਨੂੰ ਗੁਰੂ ਦੀ ਸੋਚ ਦੇ ਨਾਲ ਮਿਲਾ ਲਿਆ, ਉਹ ਗੁਰੂ ਨੂੰ ਮਿਲਿਆ ਹੈ। ਸੋ ਮੰਨੀਆ ਸਤਿਗੁਰ ਪਰਮ ਵਿਚਾਰੀ, ਜਿਤ ਮਿਲਿਆ ਜਿਸਨੇ ਆਪਣੀ ਸੋਚ ਨੂੰ ਗੁਰੂ ਦੀ ਸੋਚ ਨਾਲ ਮਿਲਾ ਲਿਆ, ਉਹਦੇ ਅੰਦਰੋਂ ਤ੍ਰਿਸ਼ਨਾ ਭੁੱਖ ਸਭ ਜਾਏ। तो ऐसे इंसान तो गुरु साहब कहते हैं कि मैं सदके जाता हाँ, कुर्बान जाता हाँ, हों सदा सदा बलिहारी गुर अपने, जो प्रभ सच्चा दे मिलाए। मैं ऐसे गुरु तो सदा ही कुर्बान जाता हाँ, बलिहार जाता हाँ, ਜਿਹੜਾ गुरु उस सच्चे प्रभु ਦੇ ਨਾਲ मेरा मेल करा ਦਿੰਦਾ है। गुरु का उपदेश ही ऐसा है जो प्रभु की सिफत सलाह ਦੇ ਨਾਲ ਜੋੜਦਾ ਹੈ, ਪ੍ਰਭੂ ਦੇ ਗੁਣਾਂ ਦੀ ਵਡਿਆਈਆਂ ਦੇ ਨਾਲ ਸਾਨੂੰ ਜੋੜਦਾ ਹੈ, ਤੇ ਉਹ ਗੁਣਾਂ ਦੀ ਸਾਂਝ ਦੇ ਨਾਲ ਹੀ ਸਾਡਾ ਪ੍ਰਭੂ ਨਾਲ ਮਿਲਾਪ ਕਰਾ ਦਿੰਦਾ ਹੈ। ਆਖਰੀ ਪੰਕਤੀ ਚ ਗੁਰੂ ਸਾਹਿਬ ਫਰਮਾਉਂਦੇ ਹਨ, ਨਾਨਕ ਕਰਮ ਪਾਇਆ ਤਿਨ ਸੱਚਾ, ਜੋ ਗੁਰ ਚਰਨੀ ਲੱਗੇ ਆਏ। ਤੇ ਜਿਹੜੇ ਮਨੁੱਖ ਗੁਰੂ ਦੇ ਚਰਨਾਂ ਵਿੱਚ ਆ ਕੇ ਟਿਕ ਗਏ, ਜਿਨ੍ਹਾਂ ਨੇ ਗੁਰੂ ਦੀ ਸ਼ਰਨ ਲੈ ਲਈ, ਉਹਨਾਂ ਨੇ सदा कायम रहने वाली प्रभु की बख्शिश प्राप्त कर ली। करम पाया तिन सच्चा, करम का जो लफज है ये फारसी तो आया हुआ करम है। गुरबाणी च करम दो सोर्सिस तो आया, दो वक्खो वक्खरे अर्थां च वरत्या जाता है। जिहड़ा संस्कृत तो लफज करम आया है ਉਹਦਾ अर्थ ਹੁੰਦਾ है कम, ਕੀਤਾ ਹੋਇਆ ਕੰਮ ਜਾਂ ਕੀਤੇ ਹੋਏ ਕੰਮ ਦਾ जो असर है, संस्कार है। ਤੇ फारसी के ओरिजिन तो जो लफज आता है करम, ਉਹਦਾ अर्थ ਹੁੰਦਾ है बख्शिश। ਇੱਥੇ ਕਰਮ ਪਾਇਆ ਤਿਨ ਸੱਚਾ ਭਾਵ ਸੱਚਾ ਕਰਮ, उस प्रभु सच्चा जो सदीवी सदा कायम रहने वाला प्रभु है, ਉਹਦੀ बख्शिश रूप जो करम है ਉਹ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਕਿਹਨਾਂ ਨੂੰ? ਜੋ ਗੁਰ ਚਰਨੀ ਲੱਗੇ ਆ, ਜਿਹੜੇ ਗੁਰੂ ਦੇ ਚਰਨੀ ਆ ਕੇ ਲੱਗਦੇ ਹਨ। ਹੁਣ ਗੁਰੂ ਦੇ ਚਰਨ ਲੱਗਣ ਤੋਂ ਕੀ ਭਾਵ ਹੈ ਕਿ ਨਿਰਾ ਕੋਈ ਆ ਕੇ ਗੁਰੂ ਸਾਹਿਬ ਦੇ ਪੈਰਾਂ ਨੂੰ ਹੱਥ ਲਾ ਲਵੇ ਜਾਂ ਪੈਰਾਂ ਦੇ ਨੇੜੇ ਬੈਠ ਜਾਵੇ ਤੇ ਕੀ ਉਹ ਚਰਨੀ ਲੱਗ ਗਿਆ ਹੈ? ਜਾਂ ਜਿਵੇਂ ਅੱਜ ਕੱਲ ਸਾਡੇ ਆਮ ਬੋਲਚਾਲ ਵਿੱਚ ਚਰਨੀ ਲੱਗਣਾ ਹੈ ਕਿ ਵੀ ਜਿਹਨੇ ਗੁਰੂ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਪਾਠ ਕਰਨਾ ਸਿੱਖ ਲਿਆ, ਅਸੀਂ ਉਹਨੂੰ ਕਹਿੰਦੇ ਆ ਵੀ ਇਹ ਗੁਰੂ ਦੇ ਚਰਨੀ ਲੱਗਿਆ ਹੋਇਆ ਹੈ, ਇਹਨੂੰ ਪਾਠ ਕਰਨ ਦੀ ਜਾਂਚ ਸਿਖਾ ਦਿੱਤੀ ਗਈ ਹੈ, ਇਹ ਗੁਰੂ ਦੇ ਚਰਨੀ ਲੱਗ ਗਿਆ ਹੈ। ਤਾਂ ਭਾਵਰਥ ਤੌਰ ਦੇ ਉੱਤੇ ਗੁਰਬਾਣੀ ਦੇ ਨਾਲ ਜੋੜਨਾ, ਗੁਰੂ ਗ੍ਰੰਥ ਸਾਹਿਬ ਤੋਂ ਬਾਣੀ ਦਾ ਪਾਠ ਕਰਨਾ, ਗੁਰੂ ਦੇ ਚਰਨੀ ਲੱਗਣਾ ठीक व्याख्या है, पर सिर्फ रस्मी तौर पर नहीं कि भाई कोई एक रस्म करके एक दिन असी संगत जोड़ के अरदास करके किसी को पाठ करना शुरू करा दईए तो संगत कड़ा प्रसाद वंड दईए तो फिर असी कह दे भाई फलाना बंदा गुरु के चरनी लग गया है। तो ये शुरुआत है गुरबाणी के नाल अपने आप अपनी सांझ पाने वास्ते। पर सही अर्थां विच चरनी लगन तो भाव है कि हर समय अपना हर एक्शन, अपने हर विचार नूं गुरबाणी के उपदेश के नाल मिला लेना। तो नानक करम पाया तिन सच्चा, जो गुर चरनी लगे आए। जिन्हां ने अपनी सोच गुरु के उपदेशों के अनुकूल कर लीती, जिन्हां ने गुरु की सिक्ख्या नूं अपने जीवन विच अपना लिया, वही गुरु के चरनी लगते हैं। ते जिहड़े गुरु के चरनी लगते हैं उन्हां दे उत्ते उस प्रभु परमात्मा की बख्शिश हो जाती है। नानक करम पाया तिन सच्चा, जो गुर चरनी लगे है। तो अगला श्लोक है जी 21 नंबर। जिन प्रिया सो नेह, 21 नंबर जी। जो मिसिंग है तो मैं डिस्प्ले करा।
ਵਿੱਚ ਬਾਈ ਮਿਸਟੇਕ ਮਿਸਿੰਗ ਹੈਗਾ ਵਿੱਚੋਂ। ठीक है, मैं करता हूँ। ਜੀ हाँ जी। जिन प्रिया सोने से सज्जन मैं नाल अंतर बाहर हों फिरा भी हृदय रखा संभाल। प्रिया, प्रिया लफ्ज का अर्थ है प्यारा ते सौ भाव स्यों भाव नाल, प्रिया सौ प्यारे नाल, जिन्हां नू प्यारे नाल नेह, नेह दा नाल दा अर्थ है आखिरी अर्थ प्यार, जिन्हां नू अपने प्यारे दे नाल प्यार है, ਇਹ सज्जन मैं नाल, मैं ਦਾ अर्थ है मेरे नाल, मेरे संग हन, मेरे नेड़े हन, मेरे संगी हन, मेरे साथी हन। तो इस पंक्ति गुरु साहब जो भाव दे रहे हैं वो ये कि जिन्हां सत्संगियां दा प्यारे प्रभु दे नाल स्नेह बनिया होया है, भाव जिन्हां दे अंदर प्रभु की सिफत सलाह की भावना है, ਜਿਹੜੇ प्रभु ਨੂੰ सच्चे प्रभु ਨੂੰ प्यार करते हैं, ਉਹ मेरे संगी ਹਨ, मेरे साथ नाल ਹਨ ਤੇ मेरी सहायता करने वाले हैं, मेरे सहाई हैं। अंतर बाहर हों फिरा भी हृदय रखा संभाल। अंतर बाहर फिरा ਦਾ ਭਾਵ है अंदर बाहर फिरदियां होया, ਭਾਵ ਕੰਮ ਕਾਰ ਕਰਦਿਆਂ ਹੋਇਆ, दुनिया ਦੇ ਜਿਹੜੇ जीवन निर्वाह ਦੇ ਵਾਸਤੇ ਜਾਂ ਹੋਰ ਜੋ ਵੀ दुनियावी मैं अपने जीवन के वास्ते जो भी काम करता हाँ वो सारी रोजाना दे अपनी क्रिया करदे होया भी हृदय रखा संभाल। तो उस अपने काम कार करदे होया भी मैं उस प्रभु नू अपने हृदय दे विच संभाल के याद रखदा हाँ। पर यह सब कुछ हुंदा किवें है? उन्हां सत्संगियां दी बरकत दे नाल जिन्हां नू प्रभु दे नाल प्यार है। सो इत्थे गुरु साहब एक ते सानू सेध दे रहे हैं कि हथ कार वल चित यार वल, जो ये गुरबाणी च अनेकां होर पंक्तियां विच भी ये उपदेश मिलता है कि तुरदियां फिरदियां उठदियां बहदियां खांदियां पींदियां सब काम करदियां होइयां भी हर समय सुरत प्रभु दे नाम दे नाल जुड़ी होनी चाहिदी है। जिवें नामदेव और त्रिलोचन की वार्ता कबीर साहब ने अपने श्लोकां च बयान की है कि नामा कहे त्रिलोचना मुख ते राम संभाल, हाथ पांव कर काम सब चीत निरंजन नाल। कि हाथ पार पैरां नाल सारे काम करदियां होया भी चित्त जिहड़ा है वो प्रभु दे नाल उस निरंजन निर्लेप प्रभु दे नाल जुड़िया रहना चाहिए है। तो इस श्लोक के अंदर भी गुरु साहब वही अवस्था की प्रेरणा दे रहे हैं कि यह अवस्था प्राप्त होंदी किवें है? सत्संगियां की बरकत सदका। जिन पिरिया सोने से सज्जन मैं नाल, मैं उन्हां दी संगत करदा हाँ, वो मेरे सत्संगी हैं जिन्हां नू उस प्यारे प्रभु दे नाल प्यार हृदय विच, जिन्हां दे उस प्रभु वास्ते प्यार है, जिहड़े हर समय उस प्रभु के प्यार च जुड़े रहंदे हैं। मैं उन्हां दी संगत च रहिंदा हाँ ते उस संगत च रहन दा सदका अंतर बाहर हो फिरा भी हृदय रखा संभाल। तो मैं भी काम कार करदियां होया, अपनी दुनिया की किरत कार करदियां होया, मैं भी उसनू अपने चेते विच रखदा हाँ, उन्होंने अपने हृदय विच संभाल के रखदा हाँ, उन्हें याद विच रखदा हाँ। अगले श्लोक 22 नंबर गुरु साहब फरमांदे हैं, जिन्हां एक मन एक चित ध्याया, सतगुर सौ चित लाए, तिनकी दुख भुख होमै वड्डा रोग गया, निर्दोख भये लिव लाए। गुण गावै गुण उच्चरै, गुण में सवै समाए, नानक गुर पूरे ते पाया, सहज मिलिया प्रभ आए। जिन्ना एक मन एक चित ध्याया, एक मन का भाव है एकागर मन का। एकागर मन किवें हुंदा है?
ਆਮ ਤੌਰ ਤੇ ਅਸੀਂ ਆਪਣੇ ਆਪ ਨੂੰ ਜਦੋਂ ਵੀ ਕਦੀ ਪਰਖੀਏ ਤਾਂ ਕੋਈ ਵੀ ਕੰਮ ਕਰਦਿਆਂ ਹੋਇਆਂ ਸਾਡੀ ਸੁਰਤ ਇਕਾਗਰ ਬਹੁਤ ਵਿਰਲੇ ਕਿਸੇ ਵਕਤ ਹੀ ਹੁੰਦੀ ਹੈ। ਬਹੁਤੇ ਵਾਰੀ ਸਾਡਾ ਮਨ ਖਿੰਡਿਆ ਰਹਿੰਦਾ ਹੈ। ਅਸੀਂ ਕੋਈ ਕੰਮ ਕਰ ਵੀ ਰਹੇ ਹੁੰਦੇ ਹਾਂ ਤੇ ਆਲੇ ਦੁਆਲੇ ਦਾ ਵੀ ਸਾਨੂੰ ਅਵੇਅਰਨੈਸ ਹੁੰਦੀ ਹੈ ਕੀ ਹੋ ਰਿਹਾ ਹੈ। ਮੈਂ ਸਗੋਂ ਅਖਬਾਰ ਪੜ੍ਹ ਰਿਹਾ ਹੁੰਦਾ ਹਾਂ ਤੇ ਮੈਨੂੰ ਨਾਲ ਦੂਜੇ ਕਮਰੇ 'ਚੋਂ ਆਵਾਜ਼ਾਂ ਆ ਰਹੀਆਂ ਹੁੰਦੀਆਂ, ਮੈਨੂੰ ਪਤਾ ਹੁੰਦਾ ਹੈ ਕਿ ਉੱਥੇ ਕੀ ਗੱਲਾਂ ਹੋ ਰਹੀਆਂ ਹਨ। ਉਹ ਵਿੱਚ ਮੇਰਾ ਧਿਆਨ ਉਹਨਾਂ ਗੱਲਾਂ 'ਚ ਵੀ ਚਲੇ ਜਾਂਦਾ ਹੈ। ਕੋਈ ਮੈਂ ਆਪਣਾ ਆਫਿਸ ਦਾ ਕੰਮ ਕਰ ਰਿਹਾ ਹੁੰਦਾ ਹਾਂ, ਜੇ ਮੈਨੂੰ ਕੋਈ ਹੋਰ ਸਾਹਮਣੇ ਕੋਈ ਚੀਜ਼ ਨਜ਼ਰ ਆ ਰਹੀ ਹੈ, ਲੋਕਾਂ ਦੀ ਦੂਜਿਆਂ ਦੀ ਸੀਟਾਂ ਨਜ਼ਰ ਆ ਰਹੀਆਂ ਹਨ ਤੇ ਮੇਰਾ ਧਿਆਨ ਉਹਨਾਂ ਦੇ ਵਿੱਚ ਲੱਗਾ ਰਹਿੰਦਾ ਵੀ ਉਹ ਫਲਾਣਾ ਬੰਦਾ ਕੀ ਕਰ ਰਿਹਾ ਹੈ, ਉਹ ਉਹਦੇ ਕੀ ਐਕਸ਼ਨ ਹਨ, ਕੀ ਹਾਵ ਭਾਵ ਹਨ, ਤਾਂ ਧਿਆਨ ਬਿਖਰਿਆ ਹੁੰਦਾ ਹੈ। ਇਕਾਗਰ ਚਿੱਤ ਉਹ ਅਵਸਥਾ ਹੈ ਮਸਤੀ ਦੀ ਅਵਸਥਾ। ਜਿਵੇਂ ਉਹ ਮਿਸਾਲ ਕਹਾਣੀ ਦੇ ਵਿੱਚ ਆਈ ਹੈ ਲੈਲਾ ਦੀ ਕਿ ਉਹ ਮਜਨੂ ਦੇ ਖਿਆਲ ਵਿੱਚ ਮਸਤ ਸੀ, ਉਹ ਇਕਾਗਰ ਸੀ, ਉਹਦੇ ਮਨ 'ਚ ਸਿਰਫ ਇੱਕੋ ਹੀ ਖਿਆਲ ਸੀ, ਉਹਨੂੰ ਆਲੇ ਦੁਆਲੇ ਤੱਕ ਦਾ ਵੀ ਸੋਝੀ ਨਹੀਂ ਸੀ ਕਿ ਵੀ ਉਹ ਕਿਹੜੇ ਰਸਤੇ ਤੋਂ ਕਿਹਦੇ ਸਾਹਮਣੇ ਉਹ ਲੰਘ ਕੇ ਗਈ ਹੈ। ਤਾਂ ਇੱਕ ਮਨ ਤੋਂ ਭਾਵ ਹੈ ਜਦੋਂ ਮਨ ਦੇ ਵਿੱਚ ਧਿਆਨ ਕੇਵਲ ਇੱਕ ਦੇ ਨਾਲ ਜੁੜਿਆ ਹੋਵੇ। ਤਾਂ ਜਿਨ੍ਹਾਂ ਇੱਕ ਮਨ ਇੱਕ ਚਿੱਤ ਧਿਆਇਆ, ਇੱਕ ਮਨ ਇੱਕ ਚਿੱਤ ਕੋਈ ਗੱਲ ਹੈ। ਇਕਾਗਰ ਚਿੱਤ ਨਾਲ ਇਕਾਗਰ ਮਨ ਨਾਲ ਇਹ ਦੋਨੋਂ ਸੇਮ ਹੀ ਅਰਥ ਰੱਖਦੇ ਹਨ। ਇਹ ਸਿਰਫ ਕਵਿਤਾ ਦੀ ਖੂਬਸੂਰਤੀ ਵਾਸਤੇ ਸਮਰਥਕ ਲਫ਼ਜ਼ਾਂ ਨੂੰ ਦੁਹਰਾ ਕੇ ਵਰਤਿਆ ਜਾਂਦਾ ਹੈ, ਉਸੇ ਭਾਵ ਨੂੰ ਦ੍ਰਿੜ ਕਰਨ ਵਾਸਤੇ। ਜਿਨ੍ਹਾਂ ਇੱਕ ਮਨ ਇੱਕ ਚਿੱਤ ਧਿਆਇਆ ਸਤਿਗੁਰ ਸੋ ਚਿਤ ਲਾਏ। ਤੇ ਜਿਨ੍ਹਾਂ ਸਤਸੰਗੀਆਂ ਨੇ ਪਿਆਰੇ ਪ੍ਰਭੂ ਦੇ ਨਾਲ ਇੱਕ ਮਨ ਹੋ ਕੇ ਇੱਕ ਚਿੱਤ ਹੋ ਕੇ ਪ੍ਰਭੂ ਦੇ ਨਾਲ ਧਿਆਨ ਜੋੜਿਆ ਹੈ, ਸਤਿਗੁਰ ਦੇ ਨਾਲ ਚਿੱਤ ਜੋੜ ਕੇ, ਕਿਉਂਕਿ ਸਤਿਗੁਰ ਪਾਸੋਂ ਸਿੱਖਿਆ ਇਹੋ ਮਿਲਦੀ ਹੈ ਕਿ ਪ੍ਰਭੂ ਦੇ ਵਿੱਚ ਧਿਆਨ ਜੋੜਨਾ, ਪ੍ਰਭੂ ਦਾ ਨਾਮ ਸਿਮਰਨਾ ਹੈ, ਉਹਦੇ ਨਾਲ ਹੀ ਚਿੱਤ ਲਾਣਾ ਹੈ। ਤਾਂ ਐਸੀ ਇਕਾਗਰਤਾ ਦੇ ਨਾਲ ਸਿਮਰਨ ਕਰਨ ਵਾਲਿਆਂ ਨਾਲ ਇਹ ਅਵਸਥਾ ਬਣਦੀ ਹੈ। ਤਿਨ ਕੀ ਦੁੱਖ ਭੁੱਖ ਹਉਮੈ ਵੱਡਾ ਰੋਗ ਗਿਆ, ਨਿਰਦੋਖ ਭਏ ਲਿਵ ਲਾਏ। ਉਹਨਾਂ ਦੀ ਲਿਵ ਲੱਗ ਜਾਂਦੀ ਹੈ ਉਸ ਪ੍ਰਭੂ ਦੇ ਨਾਲ ਤੇ ਉਹਨਾਂ ਦੇ ਅੰਦਰ ਹੋਰ ਕਿਸੇ ਚੀਜ਼ ਦੀ ਫਿਰ ਸੁਰਤ ਦੇ ਵਿੱਚ ਕਿਸੇ ਚੀਜ਼ ਵਾਸਤੇ ਕੋਈ ਅਟਰੈਕਸ਼ਨ, ਕੋਈ ਮੰਗ ਰਹਿ ਨਹੀਂ ਜਾਂਦੀ। ਤੇ ਇਸ ਕਰਕੇ ਉਹਨਾਂ ਦੇ ਜੀਵਨ ਦੇ ਵਿੱਚੋਂ ਹਉਮੈ ਦਾ ਵੱਡਾ ਰੋਗ ਜਿਹੜਾ ਹੈ ਉਹ ਵੀ ਨਿਕਲ ਜਾਂਦਾ ਹੈ, ਕਿਉਂਕਿ ਉਹ ਪ੍ਰਭੂ ਦੀ ਵਡਿਆਈਆਂ ਨੂੰ ਹੀ ਸਮਰਪਿਤ ਹੋ ਜਾਂਦੇ ਹਨ। ਸਾਰੇ ਗੁਣ ਦਾ ਦਾਤਾ ਉਸ ਪ੍ਰਭੂ ਨੂੰ ਸਮਝਦੇ ਹਨ, ਉਸੇ ਪਾਸੋਂ ਹੀ ਸਾਰੇ ਗੁਣਾਂ ਦੀ ਪ੍ਰਾਪਤੀ ਨੂੰ ਸਵੀਕਾਰ ਕਰਦੇ ਹਨ। ਤੇ ਇਸ ਕਰਕੇ ਜੋ ਪ੍ਰਭੂ ਦੇ ਵੱਲੋਂ ਦਾਤ ਮਿਲਦੀ ਹੈ ਉਸੇ ਦਾ ਹੀ ਸ਼ੁਕਰ ਕਰਦਿਆਂ ਹੋਇਆਂ ਅੰਦਰੋਂ ਆਪਣੇ ਲੋਭ ਲਾਲਚ ਨੂੰ ਮੁਕਾ ਲੈਂਦੇ ਹਨ। ਤੋਂ ਇਸ ਕਰਕੇ ਜਦੋਂ ਉਹਨਾਂ ਦੀਆਂ ਭੁੱਖਾਂ ਮੁੱਕ ਜਾਂਦੀਆਂ ਹਨ, ਲੋੜਾਂ ਮੁੱਕ ਜਾਂਦੀਆਂ ਹਨ, ਤਾਂ ਫਿਰ ਥੋੜ ਵੀ ਮੁੱਕ ਜਾਂਦੀ ਹੈ। ਤੇ ਜਦੋਂ ਕੋਈ ਚੀਜ਼ ਦੀ ਥੋੜ ਨਾ ਹੋਵੇ ਤਾਂ ਫਿਰ ਕਿਸੇ ਚੀਜ਼ ਦਾ ਦੁੱਖ ਵੀ ਨਹੀਂ ਹੁੰਦਾ। ਇਨਸਾਨ ਦੁਨੀਆ ਦੇ ਵਿੱਚ ਵਰਤਦਾ ਹੋਇਆ ਆਮ ਤੌਰ ਤੇ ਦੁਖੀ ਕਿਉਂ ਹੁੰਦਾ ਹੈ ਕਿ ਉਹਦੇ ਮਨ 'ਚ ਕਿਸੇ ਚੀਜ਼ ਨੂੰ ਪ੍ਰਾਪਤ ਕਰਨ ਦੀ ਕਾਮਨਾ ਹੁੰਦੀ ਹੈ, ਇੱਛਾ ਹੁੰਦੀ ਹੈ। ਜਦ ਤੱਕ ਉਹ ਚੀਜ਼ ਪ੍ਰਾਪਤ ਨਹੀਂ ਹੋ ਜਾਂਦੀ ਉਹਦੇ ਮਨ ਦੇ ਅੰਦਰ ਉਹ ਤਲਬ ਬਣੀ ਰਹਿੰਦੀ ਹੈ ਕਿ ਮੈਨੂੰ ਚਾਹੀਦਾ ਹੈ, ਮੈਨੂੰ ਚਾਹੀਦਾ ਹੈ। ਤੇ ਜੇ ਨਾ ਮਿਲੇ, ਜਦ ਤੱਕ ਨਾ ਮਿਲੇ ਤਾਂ ਉਹਨੂੰ ਤਕਲੀਫ ਹੁੰਦੀ ਹੈ, ਦੁੱਖ ਹੁੰਦਾ ਹੈ। ਤੇ ਜੇ ਮਨ ਰੱਜ ਜਾਏ, ਕਿਸੇ ਚੀਜ਼ ਦੀ ਹੋਰ ਇੱਛਾ ਹੀ ਨਾ ਬਚੇ ਤਾਂ ਫਿਰ ਕੋਈ ਥੋੜ ਵੀ ਮਹਿਸੂਸ ਨਹੀਂ ਹੁੰਦੀ। ਤੇ ਜੇ ਥੋੜ ਨਹੀਂ ਹੈ ਤੇ ਫਿਰ ਕੋਈ ਦੁੱਖ ਨਹੀਂ, ਕੋਈ ਕਲਪਨਾ ਨਹੀਂ ਹੈ। ਸੋ ਜਿਨ੍ਹਾਂ ਇੱਕ ਮਨ ਇੱਕ ਚਿੱਤ ਧਿਆਇਆ ਸਤਿਗੁਰ ਸੋ ਚਿਤ ਲਾਏ, ਤਿਨ ਕੀ ਦੁੱਖ ਭੁੱਖ ਹਉਮੈ ਵੱਡਾ ਰੋਗ ਗਿਆ, ਨਿਰਦੋਖ ਭਏ ਲਿਵ ਲਾਏ। ਉਹਨਾਂ ਦੇ ਅੰਦਰੋਂ ਇਹ ਸਾਰੇ ਜਿਹੜੇ ਦੋਸ਼ ਹਨ ਉਹ ਖਤਮ ਹੋ ਜਾਂਦੇ ਹਨ, ਸਾਰੇ ਵਿਕਾਰ ਉਹਨਾਂ ਦੇ ਅੰਦਰੋਂ ਮਿਟ ਜਾਂਦੇ ਹਨ। ਉਹਨਾਂ ਦੀ ਸੁਰਤ ਜੋ ਹੈ ਉਹ ਪ੍ਰਭੂ ਦੇ ਨਾਲ ਜੁੜ ਜਾਂਦੀ ਹੈ। ਨਿਰਦੋਖ ਹੋਣ ਤੋਂ ਭਾਵ ਹੈ ਕਿ ਉਹਨਾਂ ਦੇ ਅੰਦਰ ਕੋਈ ਇਹ ਦੋਸ਼ ਜਿਹੜੇ ਵਿਕਾਰ ਹਨ ਇਹ ਅੰਦਰੋਂ ਉਹਨਾਂ ਦੇ ਨਾਸ਼ ਹੋ ਜਾਂਦੇ ਹਨ। ਫਿਰ ਉਹਨਾਂ ਦਾ ਜੀਵਨ ਕੈਸਾ ਬਣ ਜਾਂਦਾ ਹੈ, ਗੁਣ ਗਾਵੇਂ ਗੁਣ ਉਚਰੈ ਗੁਣ ਮੈਂ ਸਵੈ ਸਮਾਏ। ਉਹ ਹਮੇਸ਼ਾ ਹੀ ਗੁਰੂ ਦੇ ਚਰਨਾਂ ਵਿੱਚ ਸੁਰਤ ਜੋੜ ਕੇ ਪਰਮਾਤਮਾ ਦੇ ਗੁਣਾਂ ਵਿੱਚ ਹੀ ਲੀਨ ਰਹਿੰਦੇ ਹਨ। ਸਵੈ ਸਮਾਏ ਤੋਂ ਭਾਵ ਇਹ ਹੈ ਉਹਦੇ ਗੁਣਾਂ ਦੇ ਵਿੱਚ ਹੀ ਲੀਨ ਰਹਿੰਦੇ ਹਨ, ਸਮਾਏ ਰਹਿੰਦੇ ਹਨ। ਉਹ ਗੱਲ ਇਹਦਾ ਭਾਵ ਅਰਥ ਉਹੀ ਹੈ, ਇਕਾਗਰ ਚਿਤ ਰਹਿੰਦੇ ਹਨ। ਇੱਕ ਮਨ ਇੱਕ ਚਿਤ ਵਾਲੀ ਗੱਲ ਆ ਜਾਂਦੀ ਹੈ। ਗੁਣ ਗਾਵੇਂ ਗੁਣ ਉਚਰੈ ਗੁਣ ਮੈਂ ਸਵੈ ਸਮਾਏ। ਉਹਨਾਂ ਦੇ ਹਿਰਦੇ ਵਿੱਚ ਸਿਰਫ ਪ੍ਰਭੂ ਦੀ ਸਿਫਤ ਸਲਾਹ ਹੀ ਰਹਿੰਦੀ ਹੈ
ਹੋਰ ਕੋਈ ਵਿਚਾਰ, ਕੋਈ ਕਿਸੇ ਦੀ ਨਿੰਦਾ, ਕਿਸੇ ਦੀ ਉਸਤਤ, ਕਿਸੇ ਦੂਜੇ ਦੇ ਬਾਰੇ ਕੋਈ ਵਿਚਾਰ ਉਹਨਾਂ ਨੂੰ ਡਿਸਟਰਬ ਨਹੀਂ ਕਰਦਾ। ਉਹਨਾਂ ਦੇ ਮਨ ਦੇ ਅੰਦਰ ਕੇਵਲ ਪ੍ਰਭੂ ਦੀ ਸਿਫਤ ਸਲਾਹ ਹੀ ਹਰ ਸਮੇਂ समाई रहती है। गुण गावे गुण उचरे गुण में समय समाए, नानक गुर पूरे ते पाया, सहज मिलिया प्रभ आए। तो ऐसी ऐसी अवस्था जो है वो मिलती है पूरे गुरु पासों। इस अवस्था में टिक के वो फिर आत्मक अडोलता की अवस्था प्राप्त कर लेंदे हैं। ऐसे अडोलता की अवस्था में टिके हुए वो प्रभु परमात्मा पूरे गुरु की बख्शिश का सदका, पूरे गुरु की दसी हुई जांच का सदका सहजे ही आत्मक अडोलता दे विच ही मिल पैंदा है। तो हुण प्रभु मिलदा है, इस गल नूं समझण दी लोड़ है कि मिलदा कित्थों है। मिलदा वो है जिहड़ा किते दूर होवे, सामने ना होवे। पर गुरबाणी तो सानू बार बार कहती है कि प्रभु तो सर्व व्यापक है, हर जगह मौजूद है, वो साडे किसी तो भी दूर नहीं है, हाथ ते नेड़े है। भगत रविदास जी भी जिवें कहंदे हन कि वो साडे ते हत्थों भी नेड़े है, इन्ना नज़दीक है, साडे अंदर ही है। तो जिहड़ा साडे अंदर ही है, साडे हत्थों भी नेड़े है, तो फिर वो मिलदा किवें है? मिलदा तो वो है ना जिहड़ा विछड़िया होवे, जिहड़ा ना मिलिया होवे। तो ये मिलाप कोई फिजिकल प्रॉक्सिमिटी नहीं है, ये सिर्फ वो अवस्था है कि जिस अवस्था दे विच मन दे अंदर दुनियावी चीज़ां दा मोह आ जावे, दुनियावी चीज़ां दे बारे प्यार आ जावे, साडी सुरत जे दुनियावी विकारां दे वाले पासे, दुनियावी पदार्थां दे विच जुड़ जावे, तां साडे अंदरों प्रभु दी हस्ती दा, प्रभु दे गुणां दा एहसास विसर जांदा है, साडे चेते चों निकल जांदा है। वो अवस्था नूं कहा जांदा है कि वो प्रभु तो विछड़े हुए हैं। जिन्हां दे अंदरों प्रभु दी याद निकल जाती है, मानो वो प्रभु तो विछड़ जाते हैं। तो जदों गुरु की बख्शिश सदका, गुरु की सिक्ख्या सदका हिरदे के अंदर, सुरत के अंदर प्रभु की वडियाइयां वस जांदियां हन, प्रभु की याद हिरदे च वस जाती है, तो वो विछोड़े का, वो जिहड़ी कूड़ की पाल, वो जिहड़ी होमे की दीवार साडे और प्रभु के विचकार बनी हुंदी है, वो दीवार टुट जाती है, वो विछोड़े की अवस्था खत्म हो जाती है कि उसनों कहा जाता है कि हुण प्रभु नाल मिलाप हो गया है। तो प्रभु है सब दे अंदर ही है, सब दे नाल है, सर्व व्यापक है। पर वो इंसान उस प्रभु तो विछोड़े की अवस्था में हुंदे हन, जिन्हां दे अंदरों प्रभु की याद भुल्ली हुंदी है, जिन्हां ने प्रभु नूं भुला दिता हुंदा है, जिन्हां दी सांझ गुरु की प्रभु की वडियाइयां दे नाल नहीं हुंदी है। पर जिहड़े गुरु की सन्मुख होके गुरु के उपदेश की कमाई करदियां होइयां अपनी सुरत के अंदर प्रभु के गुणां दे नाल सांझ पा लैंदे हन, गुण गावें गुण उचरें गुण में सवै समाए वाली हालत विच पहुंच जाते हैं, तो उन्होंने फिर प्रभु का विछोड़ा की अवस्था खत्म हो जाती है, तो आत्मक अडोलता के अंदर रहिंदियां होइयां विकारां के प्रभाव तो आज़ाद होके सहजे ही प्रभु के नाल मिलाप की अवस्था हासिल कर लेंदे हैं। सो जिन्ना एक मन एक चित्त आया सतगुर सो चित लाए। एक मन एक चित्त की गल इस करके की गई है कि जे मन दे विच पूर्ण भरोसा ना होवे गुरु के प्रति, जे मन दे विच डावाडोलता होवे कि यह काम भी ठीक है तो दूजा भी ठीक है, चलो जो गुरु ने आख्या है वो भी मान लेंदे हाँ, पर जो मन कहता है उन्होंने भी मान लेंदे हाँ, तो फिर वो किधरे भी तरक्की करन जोगा नहीं रहिंदा। जिहड़ा इंसान किसी सफ़र करन वेले एक कदम अगे रखता है, फिर एक कदम पिछे पुट लैंदा है, फिर कभी खब्बे तो कभी सज्जे डावाडोल भटकदा रहिंदा है, वो अपनी मंजिल नूं प्राप्त नहीं कर सकदा। जिहड़ा एक एकाग्रचित होके मंजिल नूं ध्यान विच रख के सिर्फ इक्को ही डायरैक्शन च तुरदा है, पूर्ण भरोसे दे नाल, विश्वास दे नाल कि मेरी मंजिल इसे राह ते है, वो मंजिल तक पहुंच भी जाता है। तो इसलिए सतगुर दे उपदेश नूं मन के जिहड़ा एक मन एक चित हो के उस उपदेश की कमाई करता है, उन्हां दे अंदरों ही ये होमे का रोग खत्म हुंदा है, ते विकारां तो उन्हां दी निवृत्ति हो जाती है, वो निर्दोष हो जाते हैं, उन्हां दी सुरत जुड़ जाती है। फिर वो जीवन विच हमेशा प्रभु के गुण गाते गुण उचरते हैं, तो गुण दे विच ही गुणां दे विच ही सिफतां दे नाल ही लीन रहिंदे हैं। ऐसे ही इंसान नूं पूरे गुरु की सिक्ख्या द्वारा, पूरे गुरु की बख्शिश द्वारा वो प्रभु मिलता है, ਅਤੇ वो आत्मक अडोलता की अवस्था में टिके रहते हैं। सो नेसेसरी कंडीशन है
ਕਿ ਇੱਕ ਮਨ ਇੱਕ ਚਿੱਤ ਆਇਆ, ਸਤਿਗੁਰ ਸੋਚ ਚਿੱਤ ਲਾਏ। ਤੋ ਪੂਰੇ ਸਤਿਗੁਰੂ ਦੇ ਉੱਤੇ ਪੂਰਨ ਭਰੋਸੇ ਦੇ ਨਾਲ, ਪੂਰੀ ਦ੍ਰਿੜਤਾ ਦੇ ਨਾਲ ਉਹਦੇ ਉਪਦੇਸ਼ ਦੀ ਕਮਾਈ ਕਰਕੇ ਤਾਂ ਹੀ ਪ੍ਰਭੂ ਦੇ ਨਾਲ ਮਿਲਾਪ ਹਾਸਲ ਕੀਤਾ ਜਾ ਸਕਦਾ ਹੈ। ਤੋ ਇਤਨੇ ਹੀ ਬਚਨ ਪ੍ਰਵਾਨ ਕਰਨੇ ਜੀ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।